ਤੁਹਾਡਾ ਨਾਮ ਤੇ ਅੱਜ ਦੀ ਤਰੀਕ ਕੀ ਹੈ? हाँ जी, मेरा नाम हैगा डॉक्टर सतनाम सिंह संधू। अज की डेट हैगी जे 3 ਅਗਸਤ। अगस्त 3, 2014। ਓਕੇ ਜੀ। 1984 ਦੇ ਵਿੱਚ ਤੁਹਾਡੀ ਕੀ ਉਮਰ ਸੀ 24। ਤੇ ਉਸ ਵੇਲੇ ਤੁਹਾਡਾ ਕੀ ਰੋਜ਼ਗਾਰ ਸੀ? I was doing my compulsory internship after my MBBS graduation। ਓਕੇ। ਤੇ ਜੂਨ 1984 ਦੇ ਵਿੱਚ ਤੁਸੀਂ ਕਿੱਥੇ ਸੀਗੇ? मैं गवर्नमेंट मैडिकल कॉलेज ਅੰਮ੍ਰਿਤਸਰ ਦੇ ਹੋਸਟਲ ਇੰਟਰਨ ਬਲਾਕ ਦੇ ਵਿੱਚ ਰਹਿ ਰਿਹਾ ਸੀਗਾ। ਅੱਛਾ ਜੀ। ਤੇ ਤੁਹਾਨੂੰ ਕੁਝ ਯਾਦ ਹੈ ਜੂਨ 1984 ਦੇ ਵਿੱਚ, ਸਿੰਸ ਤੁਸੀਂ ਅੰਮ੍ਰਿਤਸਰ ਦੇ ਵਿੱਚ ਹੀ ਸੀਗੇ, ਤੇ ਹਮਲੇ ਦੇ ਬਾਰੇ ਤੇ ਉਹਦੇ ਤੋਂ 1-2 ਦਿਨ ਪਹਿਲਾਂ ਦੇ ਹਾਲਾਤਾਂ ਬਾਰੇ ਜੋ ਪੰਜਾਬ ਦੇ ਸੀਗੇ ਉਹਨਾਂ ਬਾਰੇ ਕੁਝ ਦੱਸ ਸਕਦੇ ਹੋ ਸਾਨੂੰ? हाँ जी बिल्कुल। मैं ये कह सकदा कि प्री ब्लू स्टार ਜਦੋਂ ਆਪਰੇਸ਼ਨ ਹੋਇਆ ਤਾਂ ਸਾਰਿਆਂ ਨੂੰ, ਸਾਰੇ ਪੰਜਾਬ ਦੇ ਵਾਸੀਆਂ ਨੂੰ ਇਹ ਇੱਕ ਮਤਲਬ ਖਬਰ ਸੀਗੀ, ਔਰ ਖਾਸ ਕਰਕੇ ਸਟੂਡੈਂਟ ਜਿਹੜੇ ਕਿ ਖਾਸ ਕਰਕੇ ਅਸੀਂ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹਾਂ, ਸਾਨੂੰ ਤਾਂ ਪੂਰਾ ਇਹ ਖਬਰ ਸੀ। ਔਰ ਇਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਉਸ ਵੇਲੇ ਇਹ ਕਨਫਿਊਜ਼ਡ ਵੀ ਸੀ ਕਿ ਕੀ ਹੋ ਰਿਹਾ, ਲੇਕਿਨ ਆਫਟਰ ਮੈਥ ਦੇ ਵਿੱਚ ਜੋ ਪਤਾ ਲੱਗਾ, ਇਹਦੇ ਵਿੱਚ ਸਾਰਿਆਂ ਨੂੰ ਹੀ ਹੁਣ ਨਾ ਕਿ ਪੰਜਾਬ ਦੇ ਲੇਕਿਨ ਇੰਡੀਆ ਦੇ ਔਰ ਵਰਲਡ ਵਾਈਡ ਜਿਹੜੇ ਸਿੱਖ ਡਾਇਸਪੋਰਾ ਜਾਂ ਇੰਡੀਅਨ ਡਾਇਸਪੋਰਾ ਵੀ ਹੈਗਾ, ਉਹਨਾਂ ਸਾਰਿਆਂ ਨੂੰ ਪਤਾ ਲੱਗ ਚੁੱਕਾ ਕਿ ਕੀ ਹੋਇਆ। ਜਦੋਂ ਜੂਨ ਦੇ ਵਿੱਚ ਜੂਨ 2 ਜਾਂ 3 ਨੂੰ ਹਮਲਾ ਹੋਇਆ ਹੈ, ਉਦੋਂ ਅੰਮ੍ਰਿਤਸਰ ਦਾ ਕੀ ਮਾਹੌਲ ਸੀਗਾ? ਤੁਸੀਂ ਐਜ਼ ਅ ਸਟੂਡੈਂਟ ਕੀ ਦੇਖ ਰਹੇ ਸੀਗੇ? ਅੱਛਾ, ਪ੍ਰੀ ਬਲੂ ਸਟਾਰ ਜਿਹੜਾ ਮਾਹੌਲ ਸੀ ਉਹ ਟੈਂਸ ਸੀਗਾ। ਫਾਰ ਐਗਜ਼ਾਮਪਲ ਕਿ ਹਿੰਦੂ ਸਿੱਖ ਦੇ ਵਿੱਚ ਅਸੀਂ ਫੀਲ ਕਰਦੇ ਸਾਂ ਇੱਕ ਮਤਲਬ ਕਿ ਫੀਲਿੰਗਸ ਹਰਟ ਹੋ ਰਹੀਆਂ ਸੀ, ਪਰ ਫਿਰ ਵੀ ਲਾਰਜਲੀ ਜੋ ਪਿਆਰ ਸੀਗਾ ਇੱਕ ਇੰਟਲੈਕਚੁਅਲ ਲੈਵਲ 'ਤੇ ਔਰ ਜੋ ਮੁੱਢਲੇ ਲੈਵਲ 'ਤੇ ਕਮਿਊਨਿਟੀ ਲੈਵਲ 'ਤੇ ਹਿੰਦੂ ਸਿੱਖ ਦੇ ਵਿੱਚ ਮੇਰਾ ਪੱਕਾ ਵਿਸ਼ਵਾਸ ਆ, ਮੇਰੇ ਦੇਖਣ ਦੇ ਵਿੱਚ ਕੋਈ ਇੰਨੇ ਦਰਾੜ ਨਹੀਂ ਸੀ ਪੈਦਾ ਹੋਏ। ਹਰ ਇੱਕ ਇਨਸਾਨ ਇਨਸਾਨੀਅਤ ਦੇ ਤੌਰ 'ਤੇ ਵਰਤ ਰਿਹਾ ਸੀਗਾ। ਹਾਂਜੀ। ਤੇ ਜਦੋਂ ਹਮਲੇ ਤੋਂ ਪਹਿਲਾਂ ਜਿਵੇਂ ਕੀ ਸ਼ਹਿਰ ਦੇ ਲੋਕਾਂ ਨੂੰ ਵਾਜ਼ ਇਟ ਐਂਟੀਸਿਪੇਟਡ ਕਿ ਹਮਲਾ ਕੁਛ ਨਾ ਕੁਛ ਹੋ ਰਿਹਾ ਦਰਬਾਰ ਸਾਹਿਬ ਦੇ ਵਿੱਚ, ਜਾਂ ਕੋਈ ਏਡੇ ਵੱਡੇ ਸਕੇਲ 'ਤੇ ਕੋਈ ਸਰਕਾਰ ਜਾਂ ਫੌਜ ਜਿਹੜੀ ਇੰਨੀ ਵੱਡੀ ਕਾਰਵਾਈ ਕਰੂਗੀ? ਕੀ ਲੋਕ ਤਿਆਰ ਸੀ ਇਸ ਲਈ? ਮੇਰਾ ਆਪਣਾ ਖਿਆਲ ਹੈ ਕਿ ਜੂਨ ਦੇ ਵਿੱਚ ਪਹਿਲੇ ਹਫਤੇ 'ਚ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕੁਛ ਨਾ ਕੁਛ ਹੋਵੇਗਾ, ਔਰ ਇੰਨਾ ਅਨੁਮਾਨ ਨਹੀਂ ਸੀ ਕਿ ਇੰਨੀਆਂ ਜਾਨਾਂ ਜਾਣਗੀਆਂ, ਔਰ ਇਸ ਲੈਵਲ 'ਤੇ ਅਕਾਲ ਤਖ਼ਤ ਦੀ ਔਰ ਜਿਹੜੀ ਆ ਉਹ ਦੂਸਰੀਆਂ ਚੀਜ਼ਾਂ ਦੀ ਢਹਿ ਢੁਆਈ ਹੋਵੇਗੀ। ਅੱਛਾ। ਤੇ ਤੁਹਾਨੂੰ ਕੁਝ ਯਾਦ ਹੈ ਕਿ ਤੁਸੀਂ ਜਦੋਂ 6 ਜੂਨ ਦੇ ਹਮਲੇ 'ਤੇ ਕਿੰਨਾ ਦਿਨ ਕਰਫਿਊ ਲੱਗਾ ਰਿਹਾ, ਤੇ ਸ਼ਹਿਰ ਦਾ ਜਿਹੜਾ ਮਾਹੌਲ, ਜਿਹੜਾ ਟੈਂਸਡ ਮਾਹੌਲ ਸੀਗਾ, ਉਹ ਕਿੰਨਾ ਚਿਰ ਬਣਿਆ ਰਿਹਾ ਮਾਹੌਲ ਉਸ ਤਰ੍ਹਾਂ ਦਾ, ਤੇ ਉਸ ਤੋਂ ਬਾਅਦ ਕਦੋਂ ਤੁਹਾਨੂੰ ਮੌਕਾ ਮਿਲਿਆ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ? ਹਾਂਜੀ ਬਿਲਕੁਲ, ਇਹਦੇ ਬਾਰੇ ਸਾਨੂੰ ਇੱਕ ਮੇਰੀ ਮੈਮਰੀ ਹਮੇਸ਼ਾ ਹੀ ਰਹੇਗੀ ਮੇਰੀ ਮੈਮਰੀ 'ਤੇ ਕਿ ਜਦੋਂ ਵੀ ਅਸੀਂ ਇਹ ਪ੍ਰੀ ਬਲੂ ਸਟਾਰ ਇੱਕ ਦਿਨ ਪਹਿਲਾਂ ਅਸੀਂ ਮਜੀਠਾ ਰੋਡ ਦੇ ਉੱਤੇ ਇੰਡੀਅਨ ਆਰਮੀ ਨੂੰ ਆਉਂਦਿਆਂ ਦੇਖਿਆ, ਔਰ ਅਸੀਂ ਉਸ ਆਰਮੀ ਨੂੰ ਹੋਸਟਲ ਦੀ ਛੱਤ ਦੇ ਉੱਤੇ ਜਿਹੜਾ ਕਿ 7-8 ਮੰਜ਼ਲਾ ਸੀਗਾ, ਔਰ ਬੜੀ ਕਲੀਅਰਲੀ ਅਸੀਂ ਦੇਖ ਰਹੇ ਸਾਂ ਕਿ ਇੰਨੀ ਵੱਡੀ ਮਿਲਟਰੀ ਜਿਸ ਤਰ੍ਹਾਂ ਕਿ ਬਾਰਡਰ 'ਤੇ ਭੇਜਣੀ ਹੁੰਦੀ ਆ, ਔਰ ਉਹਦੀ ਇੱਕ ਕਾਰਵਾਂ ਜਿਹੜਾ ਸੀ ਮਿਲਟਰੀ ਦਾ, ਉਹ ਮੇਰਾ ਖਿਆਲ ਹੈ ਵੀ ਕਮ ਸੇ ਕਮ ਮੇਰੀ ਮੈਮਰੀ ਦੇ ਮੁਤਾਬਕ 1-2 ਮੀਲ ਲੰਬਾ ਹੋਵੇਗਾ। ਇੰਨੀ ਫੋਰਸ ਸੀ ਔਰ ਇੰਨੇ APCs, ਮੇਰਾ ਖਿਆਲ ਉਹਦੇ ਵਿੱਚ ਹੋਰ ਵੀ ਵਹੀਕਲਸ ਵਗੈਰਾ ਹੈਗੇ ਸੀ ਜਿਹੜੇ ਕਿ ਇਸ ਸੜਕ 'ਤੇ ਮੋਬਿਲਾਈਜ਼ ਕੀਤੇ ਜਾ ਰਹੇ ਸੀ, ਔਰ ਮੇਰਾ ਪੱਕਾ ਵਿਸ਼ਵਾਸ ਹੈ ਕਿ ਹੋਰ ਵੀ ਸੜਕਾਂ ਤੋਂ ਮਿਲਟਰੀ ਆ ਰਹੀ ਸੀ। ਐਂਡ ਕਰਫਿਊ ਕਿੰਨੇ ਕੁ ਦਿਨ ਲੱਗਿਆ ਰਿਹਾ? ਕਰਫਿਊ ਜਿੱਥੇ ਤੱਕ ਮੇਰੀ ਮੈਮਰੀ ਜਾਂਦੀ ਆ, ਔਰ ਕਰਫਿਊ ਅਸੀਂ ਉਦੋਂ ਮਤਲਬ ਪਾਇਆ ਜਦੋਂ ਅਸੀਂ ਜੂਨ 4 ਨੂੰ ਅਸੀਂ ਦੇਖਿਆ, ਸਵੇਰੇ ਉੱਠ ਕੇ ਬ੍ਰੇਕਫਾਸਟ ਕੀਤਾ, ਔਰ ਸਾਰਿਆਂ ਨੇ ਮੁੰਡਿਆਂ ਨੇ
ਦੇਖਿਆ ਕਿ ਸੜਕ ਦੇ ਉੱਤੇ ਕਾਫੀ ਮਜੀਠਾ ਰੋਡ ਦੇ ਉੱਤੇ ਕਾਫੀ ਲੋਕੀ ਪਿੰਡਾਂ ਤੋਂ ਜਿਸ ਤਰ੍ਹਾਂ ਕਿ ਛੋਟੇ ਛੋਟੇ ਦਸਤਾਰ ਬਣ ਕੇ, ਜਿਸ ਤਰ੍ਹਾਂ ਕਈਆਂ ਦੇ ਪੈਰਾਂ ਦੇ ਚੱਪਲਾਂ ਔਰ ਕਈਆਂ ਦੇ ਮਤਲਬ ਇੰਨੇ ਫਾਰਮਲੀ ਐਡਰੈਸ ਵੀ ਨਹੀਂ ਸੀ ਕਿ ਲੋਕੀ ਦੌੜੇ ਆ ਰਹੇ ਸੀ, ਅਤੇ ਉਹਨਾਂ ਦਾ ਖੂਬ ਟਾਕਰਾ ਹੁੰਦਾ ਮੈਂ ਪੈਰਾਮਿਲਟਰੀ ਫੋਰਸਿਸ ਦੇ ਨਾਲ ਵੇਖਿਆ, ਜਿਹੜਾ ਕਿ ਪੂਰੇ ਮਜੀਠਾ ਰੋਡ ਦੇ ਉੱਤੇ ਤਾਇਨਾਤ ਸੀ, ਅਤੇ ਉਹ ਕਹਿ ਰਹੇ ਸੀ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ, ਕਰਫਿਊ ਲੱਗ ਚੁੱਕਾ ਆ। ਔਰ ਲੋਕਾਂ ਦੇ ਇਹ ਕਹਿਣਾ ਸੀ ਕਿ ਅਸੀਂ ਦਰਬਾਰ ਸਾਹਿਬ ਜਾਣਾ ਆ, ਅਸੀਂ ਦੇਖਣਾ ਕਿ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ। ਪਰ ਇਸ ਮਾਮਲੇ 'ਚ ਜਦੋਂ ਵੀ ਮੈਂ ਬੋਲਦਾ ਮੈਂ ਹਮੇਸ਼ਾ ਭਾਵੁਕ ਹੋ ਜਾਂਦਾ ਹਾਂ, ਅਤੇ ਮੇਰਾ ਇਹ ਵਿਚਾਰ ਹੈ ਕਿ ਸਾਨੂੰ ਸਾਡੀ ਆਜ਼ਾਦੀ ਦੇ ਵਿੱਚ ਇੱਦਾਂ ਕੋਈ ਬਰਬਾਦੀ ਹੋਣੀ ਸੀ, ਅਤੇ ਇਸ ਤਰ੍ਹਾਂ ਦਾ ਮੇਰਾ ਜੀਵਨ ਬਣ ਚੁੱਕਾ। ਸਾਡੀਆਂ ਫੀਲਿੰਗ ਇਹ ਸੀ ਵੀ ਅਸੀਂ ਬਹੁਤ ਫੀਲ ਕੀਤਾ ਕਿ ਐਡੀ ਤਾਦਾਦ ਦੇ ਵਿੱਚ, ਜਾਂ ਜਿਸ ਤਰ੍ਹਾਂ ਅਸੀਂ ਫੀਲ ਕਰਕੇ ਇੰਨੇ ਮੈਗਨੀਚਿਊਡ ਦਾ ਆਪਰੇਸ਼ਨ ਅਸੀਂ ਬਲੀਵ ਨਹੀਂ ਕਰਦੇ ਸੀ। ਔਰ ਜਿਹੜੇ ਹਿਸਾਬ ਨਾਲ ਸਾਨੂੰ ਟਰੀਟ ਕੀਤਾ ਜਾ ਰਿਹਾ ਸੀ ਇੱਕ ਸੈਕੰਡ ਕਲਾਸ ਸਿਟੀਜ਼ਨ, ਅਤੇ ਬੜਾ ਹੀ ਮਿਸਹੈਂਡਲ ਕੀਤਾ ਜਾ ਸਕਦਾ। ਹੋ ਸਕਦਾ ਉਹਨਾਂ ਦੀ ਡਿਊਟੀ ਲੱਗੀ ਸੀ ਪੈਰਾਮਿਲਟਰੀ ਫੋਰਸਿਸ ਦੀ, ਮਿਲਟਰੀ ਪਰਸਨ ਦੀ, ਉਹ ਆਪਣੀ ਡਿਊਟੀ ਨਿਭਾ ਰਹੇ ਸੀ, ਅਸੀਂ ਇਹ ਵੀ ਸਮਝਦੇ ਸਾਂ। ਪਰ ਜੋ ਸਾਨੂੰ ਟਰੀਟ ਕੀਤਾ ਜਾ ਰਿਹਾ ਸੀ ਉਹ ਅਸੀਂ ਬਹੁਤ ਹੀ ਇਮੋਸ਼ਨਲ ਤਰੀਕੇ ਦੇ ਨਾਲ ਅਸੀਂ ਇੱਕ ਬਹੁਤ ਹੀ ਦੂਸਰੇ ਸਿਟੀਜ਼ਨ ਵਾਂਗੂ ਫੀਲ ਕੀਤਾ। ਹਾਂਜੀ। ਤੇ ਸਿੰਸ ਤੁਸੀਂ ਮੈਡੀਕਲ ਕਾਲਜ ਦੇ ਵਿੱਚ ਸੀਗੇ ਤੇ ਸੁਣਨ ਚ ਆਉਂਦਾ ਕਿ ਕੈਜੂਅਲਟੀਜ਼ ਬਹੁਤ ਜ਼ਿਆਦਾ ਦਰਬਾਰ ਸਾਹਿਬ ਦੇ ਅੰਦਰ ਹੋਈਆਂ, ਕੋਈ ਇਹੋ ਜਿਹਾ ਤੁਸੀਂ ਵੀ ਕੁਝ ਦੇਖਿਆ ਕਿ ਮੈਡੀਕਲ ਕਾਲਜ ਦੇ ਵਿੱਚ ਜਾਂ ਹੁੰਦਿਆਂ ਜਾਂ ਇੱਕ ਮੈਡੀਕਲ ਸਟੂਡੈਂਟ ਹੁੰਦਿਆਂ ਕੁਝ ਤੁਹਾਨੂੰ ਦੇਖਣ ਚ ਸੁਣਨ ਚ ਮਿਲਿਆ ਹੋਵੇ ਕਿ ਲਾਸ਼ਾਂ ਕਿੱਧਰ ਲੈ ਜਾਈਆਂ ਜਾ ਰਹੀਆਂ ਜਾਂ ਕਿੰਨੇ ਕੈਜੂਅਲ ਜਿਹੜੀਆਂ ਮੌਤਾਂ ਹੋਈਆਂ ਆ ਦਰਬਾਰ ਸਾਹਿਬ ਦੇ ਅੰਦਰ? ਹਾਂਜੀ, ਇਹਦਾ ਬਿਲਕੁਲ ਸਾਨੂੰ ਪਤਾ ਵੀ ਆ, ਔਰ ਇੱਕ ਵਿਵਰਡ ਇਹੋ ਜਿਹਾ ਸੀਨ ਆ ਜਿਹੜਾ ਕਿ ਮੈਂ ਕਦੀ ਵੀ ਨਹੀਂ ਭੁੱਲ ਸਕਦਾ। ਬੜਾ ਦੁਖਦਾਈ ਸੀਨ ਆ। ਅਸੀਂ ਸ਼ਾਮ ਨੂੰ ਕੋਈ ਤਕਰੀਬਨ 6 ਜਾਂ 7 ਵਜੇ ਹੋਣਗੇ ਜਦੋਂ ਅਸੀਂ ਹੋਸਟਲ 'ਚ ਖਾਣਾ ਖਾ ਰਹੇ ਸੀ। ਕੁਛ ਇੱਕ ਮਤਲਬ ਕਿ ਜਿਹੜੇ ਇੰਟਰਨਸ਼ਿਪ ਕਰ ਰਹੇ ਸੀ ਮੈਡੀਕਲ ਸਟੂਡੈਂਟਸ, ਔਰ ਸਾਨੂੰ ਪਤਾ ਲੱਗਾ ਕਿ ਕੁਛ ਇੱਕ ਖਾਸ ਜਿਹੜੀਆਂ ਕਿ ਸਵਰਗਵਾਸ ਜਿਹੜੇ ਜੁਝਾਰੂ ਸਿੱਖਾਂ ਦੀਆਂ ਉਹ ਲਾਸ਼ਾਂ ਆਈਆਂ ਨੇ, ਅਤੇ ਉਹਨਾਂ ਦੇ ਵਿੱਚ ਕੋਈ ਖਾਸ ਪਰਸਨੈਲਿਟੀਜ਼ ਨੇ, ਅਤੇ ਅਸੀਂ ਉਹ ਖਾਣਾ ਛੱਡ ਕੇ 3-4 ਜਾਣੇ ਅਸੀਂ ਉਸ ਪੋਸਟਮਾਰਟਮ ਡਿਪਾਰਟਮੈਂਟ ਦੇ ਵਿੱਚ ਗਏ। ਔਰ ਸਾਡਾ ਇਹ ਹਾਲਾਤ 'ਚ ਕਿ ਅਸੀਂ ਸ਼ੀਸ਼ੇ ਦੀ ਅਲਮਾਰੀ ਨੂੰ ਭੰਨ ਕੇ ਅਸੀਂ ਉਹਦੇ ਵਿੱਚ ਐਂਟਰ ਹੋ ਗਏ 3-4 ਜਾਣੇ, ਅਤੇ ਅਸੀਂ ਉੱਥੇ ਦਰਸ਼ਨ ਕੀਤੇ ਸਰਦਾਰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲਾਸ਼ ਦੇ, ਔਰ ਥਾਰਾ ਸਿੰਘ ਹੋਣਾ ਦੇ, ਅਤੇ ਭਾਈ ਅਮਰੀਕ ਸਿੰਘ ਦੇ। ਅਸੀਂ ਲਾਸ਼ ਨੂੰ ਪਛਾਣ ਲਿਆ ਕਿਉਂਕਿ ਮੈਂ ਉਹਨਾਂ ਨੂੰ ਕੁਛ ਹੀ ਹਫ਼ਤੇ ਪਹਿਲਾਂ ਖਾਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਾਡੀ ਮੁਲਾਕਾਤ ਕੁਛ ਸਟੂਡੈਂਟਸ ਦੀ ਉਹਨਾਂ ਦੇ ਨਾਲ ਗੁਰੂ ਰਾਮਦਾਸ ਨਿਵਾਸ ਜਿਹੜਾ ਲੰਗਰ ਹਾਲ ਜਿਹੜਾ ਉਹਦੇ ਉੱਤੇ ਹੋਈ ਸੀ, ਔਰ ਅਸੀਂ ਉਹਨਾਂ ਦੀ ਸ਼ਖਸੀਅਤ ਨੂੰ, ਸ਼ਕਲ ਨੂੰ ਬਹੁਤ ਹੂਬਹੂ ਚੰਗੀ ਤਰ੍ਹਾਂ ਪਛਾਣਦੇ ਸੀ। ਤੁਸੀਂ ਆਪਦਾ ਜਦੋਂ ਲਾਸ਼ਾਂ ਦੇਖੀਆਂ ਤੇ ਹੋਰ ਉੱਥੇ ਗਤੀਵਿਧੀ ਕੀ ਹੋ ਰਹੀ ਸੀ ਪੋਸਟਮਾਰਟਮ ਦੇ ਦੌਰਾਨ, ਕੀ ਦੇਖ ਰਹੇ ਸੀ? ਹਾਂਜੀ, ਬਿਲਕੁਲ। ਸਾਨੂੰ ਇਹ ਕਿਹਾ ਗਿਆ ਸੀਗਾ ਵੀ ਵੇਖੋ, ਜੋ ਮੈਡੀਕਲ ਕਾਲਜ ਦੇ ਵਿੱਚ ਜੋ ਡਾਕਟਰ, ਸੀਨੀਅਰ ਡਾਕਟਰ ਉਹਦਾ ਪੋਸਟਮਾਰਟਮ ਕਰ ਰਹੇ ਸੀ, ਸਾਨੂੰ ਕਿਹਾ ਵੀ ਤੁਸੀਂ ਇੱਦਾਂ ਨਹੀਂ ਸੀ ਤੁਹਾਨੂੰ ਆਉਣਾ ਚਾਹੀਦਾ, ਯੂ ਆਰ ਵਾਇਲੇਟਿੰਗ ਕਰਫਿਊ, ਸੋ ਪਲੀਜ਼ ਸਾਡੇ ਹੱਥ ਜੋੜ ਕੇ ਮੈਂ ਕਿਹਾ ਤੁਸੀਂ ਛੇਤੀ ਚੱਲ ਜਾਓ। ਅਸੀਂ ਜਦੋਂ ਵਾਪਸ ਜਾ ਹੀ ਰਹੇ ਸੀ ਅਤੇ ਦੂਜੇ ਪਾਸੇ ਅਸੀਂ ਵੇਖਿਆ ਕਿ ਇੱਕ ਗਰਾਊਂਡ ਦੇ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਸੀਗੇ, ਅਤੇ ਉਹਦਾ ਮੇਰੀ ਮੈਮਰੀ ਬੜੀ ਫਜ਼ੀ ਆ, ਔਰ ਮੈਨੂੰ ਇਹ ਸੀ ਕਿ ਇੰਨੀ ਬਦਬੂ ਆ ਰਹੀ ਸੀ ਕਿ ਅਸੀਂ ਉੱਥੇ ਖੜ੍ਹ ਵੀ ਨਹੀਂ ਸਕਦੇ। ਪਰ ਅਸੀਂ ਲਾਸ਼ਾਂ ਦੇ ਢੇਰ ਵੀ ਵੇਖੇ, ਔਰ ਮੇਰਾ ਖਿਆਲ ਹੈ ਵੀ ਅਸੀਂ 1-2 ਟਰੱਕ ਵੀ ਵੇਖੇ ਜਿਹੜੇ ਲਾਸ਼ਾਂ ਲਿਆ ਰਹੇ ਸੀ ਉਸ ਮੂਵਮੈਂਟਸ ਦੇ ਵਿੱਚ, ਅਤੇ ਇਹ ਇੱਕ ਮਤਲਬ ਕਿ ਇਹ ਮੂਵਮੈਂਟਸ ਅਸੀਂ ਚੰਗੀ ਤਰ੍ਹਾਂ ਮੈਨੂੰ ਯਾਦ ਆ। ਮੇਰਾ ਖਿਆਲ ਹੈ ਕਿ ਜੋ ਲਾਸ਼ਾਂ, ਮੈਂ ਇਹ ਕਹਿ ਨਹੀਂ ਸਕਦਾ ਜੋ ਲਾਸ਼ਾਂ ਦੇਖੀਆਂ ਗਈਆਂ ਉਹਨਾਂ ਦੀ ਪਛਾਣ ਕਰਨੀ, ਮੈਂ ਬੱਚੇ ਦੀ ਲਾਸ਼ ਨਹੀਂ ਕੋਈ ਦੇਖੀ। ਇਹ ਜਿਹੜਾ ਐਪੀਸੋਡ ਹੈ ਅਸੀਂ ਡਿਸਕ੍ਰਾਈਬ ਕਰਾਂਗੇ ਜਦੋਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਕੁਛ ਇੱਕ ਸਟੂਡੈਂਟਸ ਜਿਹੜੇ ਆ ਉਹ ਕੁਛ ਦਿਨਾਂ ਬਾਅਦ ਗਏ ਆ, ਅਤੇ ਉਹ ਜਿਹੜੀ ਸੀਨਰੀ ਆਪਾਂ ਉਹਦੇ ਵਿੱਚ ਬਿਆਨ ਕਰਾਂਗੇ ਵੀ ਉੱਥੇ ਅਸੀਂ ਕੀ ਦੇਖਿਆ, ਅਤੇ ਉਹਦਾ ਬਿਆਨ ਅਸੀਂ ਵੱਖਰੇ ਕਰਾਂਗੇ। ਲੇਕਿਨ ਇਸ ਵੇਲੇ
ਇਹ ਜਿਹੜਾ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਜਿਹੜੀ ਆ ਉਹ ਡਿਪਾਰਟਮੈਂਟ ਦੇ ਵਿੱਚ ਉਹ ਦੇਖਿਆ, ਉਹਦੇ ਵਿੱਚ ਸਾਨੂੰ ਮਿਊਟੀਲੇਟਡ ਬਾਡੀਜ਼ ਦਿਖੀਆਂ। ਔਰ ਮੇਰੀ ਮੈਮਰੀ ਇੰਨੀ ਫਜ਼ੀ ਆ, ਲੇਕਿਨ ਮੈਨੂੰ ਇਹ ਵੀ ਯਾਦ ਆ ਰਿਹਾ ਕਿ ਮੈਂ 1-2 ਲਾਸ਼ਾਂ ਦੇ ਹੱਥ ਬੰਨੇ ਹੋਏ ਦੇਖੇ ਤਾਰਾਂ ਦੇ ਨਾਲ, ਕਿਉਂਕਿ ਇਸ ਵਿਸ਼ੇ ਦਾ ਇਹਦੇ ਬਾਰੇ ਇੱਕ ਬਹੁਤ ਹੀ ਸਵਾਲ ਉੱਠਦਾ ਹੈ ਕਿ ਕਈਆਂ ਨੂੰ ਮਾਰਿਆ ਗਿਆ ਉਹਨਾਂ ਦੇ ਹੱਥ ਬੰਨ ਕੇ। ਔਰ ਮੇਰਾ ਖਿਆਲ ਮੇਰੀ ਮੈਮਰੀ ਮੈਨੂੰ ਸਰਵ ਕਰਦੀ ਹੈ ਕਿ ਮੈਂ 1-2 ਲਾਸ਼ਾਂ ਦੇ ਹੱਥ ਬੰਨੇ ਹੋਏ ਪਿੱਛੇ ਦੇਖੇ। ਤੇ ਇਹ ਸਭ ਕੁਝ ਤੁਹਾਨੂੰ ਥੋੜੀ ਬਹੁਤ ਤਰੀਕ ਯਾਦ ਹੈ ਕਿੰਨੇ ਕੁ ਦਿਨਾਂ ਬਾਅਦ ਦੇਖਿਆ ਸੀਗਾ ਦਰਬਾਰ, ਜਦੋਂ 6 ਜੂਨ ਤੋਂ ਲਾਈਕ? ਇਹ ਜਦੋਂ ਆਪਰੇਸ਼ਨ, ਮੈਨੂੰ ਕਰੋਨੋਲੋਜੀ ਦਾ ਐਗਜ਼ੈਕਟ ਐਸ ਨਹੀਂ ਆ, ਮੇਰਾ ਖਿਆਲ ਆ ਅਸੀਂ ਇਹ ਜੂਨ 6 ਨੂੰ ਸ਼ਾਮ ਨੂੰ ਦੇਖਿਆ, ਇਹ ਜੋ ਪੋਸਟਮਾਰਟਮ ਡਿਪਾਰਟਮੈਂਟ ਦਾ ਮਤਲਬ ਇਹ ਸੀਨ ਸੀਗਾ। ਤੇ ਉਸ ਤੋਂ ਬਾਅਦ ਜਿਵੇਂ ਬੀਇੰਗ ਇਨ ਦਾ ਹੌਸਟਲ ਤੇ ਮੈਡੀਕਲ ਕਾਲਜ, ਜਿਵੇਂ ਹੋਰ ਤੁਹਾਡੇ ਟੀਚਰਸ ਜਾਂ ਜਿਹੜੇ ਹੋਰ ਕੰਸਰਨਡ ਅਥਾਰਟੀ ਸੀ, ਕਦੀ ਕਿਸੇ ਨੇ ਕੋਈ ਗੱਲਬਾਤ ਐ ਕਿ ਸ਼ੇਅਰ ਕੀਤੀ ਵੀ ਇੰਨੀਆਂ ਲਾਸ਼ਾਂ ਸੀਗੀਆਂ ਜਾਂ ਇੰਨੇ ਬੰਦਿਆਂ ਦੇ ਪੋਸਟਮਾਰਟਮ ਅਸੀਂ ਕੀਤੇ ਆ, ਕੋਈ ਤੁਹਾਨੂੰ ਕਰਨ ਚੋਂ ਸੁਣਨ ਨੂੰ ਗੱਲ ਆਈ ਹੋਵੇ? ਵੇਖੋ, ਇਹ ਇੱਕ ਬੜਾ ਹੀ ਸਵਾਲ ਉੱਠਦਾ ਰਿਹਾ ਹੈ, ਇਸ ਨੂੰ 30 ਸਾਲ ਹੋ ਗਏ ਨੇ ਕਿ ਜੋ ਮਰਨ ਵਾਲਿਆਂ ਦੀ ਗਿਣਤੀ ਆ ਉਹ 10,000 ਸੀਗੀ, ਜੋ ਪੋਸਟਮਾਰਟਮ ਹੋਏ ਆ ਉਹ ਕੁਛ ਇੱਕ ਮਤਲਬ ਕਿ ਕਹਿ ਲਓ ਕਿ ਆਮ ਪਬਲਿਕ ਦੀ ਜਿਹੜੇ ਪੋਸਟਮਾਰਟਮ ਜਾਂ ਆਈਡੈਂਟੀਫਿਕੇਸ਼ਨ ਕੀਤੀ ਆ ਉਹ ਫਿਗਰ ਜਿਹੜੀਆਂ ਨੇ ਉਹ 300 ਨੇ, 400 ਨੇ। ਔਰ ਮੇਰਾ ਖਿਆਲ ਹੈ ਇਹਨਾਂ ਨੂੰ ਬਹੁਤ ਹੀ ਘਟਾ ਕੇ ਵਿਖਾਇਆ ਗਿਆ। ਔਰ ਮੇਰਾ ਇਹ ਪਰਸਨਲ ਓਪੀਨੀਅਨ ਵੀ ਜਿਸ ਹਿਸਾਬ ਨਾਲ ਗੌਰਮੈਂਟ ਨੇ ਇਹ ਕਾਰਨੇਜ, ਇਹ ਇੰਨੀ ਕਤਲੇਆਮ ਕੀਤੀ, ਇਹਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਮੇਰਾ ਖਿਆਲ ਵੀ 1000 ਤੋਂ ਲੈ ਕੇ ਹਜ਼ਾਰਾਂ ਤੱਕ ਜ਼ਰੂਰ ਹੋਵੇਗੀ। ਔਰ ਦਰਬਾਰ ਸਾਹਿਬ ਨਹੀਂ, ਇਹਦੇ ਆਲੇ ਦੁਆਲੇ ਵੀ ਕਈਆਂ ਹੋਰ ਗਲੀਆਂ ਮੁਹੱਲਿਆਂ ਦੇ ਵਿੱਚ ਵੀ ਮੇਰਾ ਖਿਆਲ ਆ ਵੀ ਲੋਕੀ ਮਰੇ ਨੇ। ਔਰ ਇਹਦੇ ਵਿੱਚ ਕੋਈ ਗਲਤੀ ਨਹੀਂ ਆ, ਇਸ ਨੂੰ ਕੀਤਾ ਜਾਵੇ ਵੀ ਜੋ ਮਰਨ ਵਾਲੇ ਦੀ ਗਿਣਤੀ ਉਹ 100 ਦੇ ਵਿੱਚ ਨਹੀਂ ਸੀ, ਕਮ ਸੇ ਕਮ 1000 ਦੇ ਵਿੱਚ ਸੀ ਜੋ ਕਤਲੇਆਮ ਹੋਇਆ ਅੰਮ੍ਰਿਤਸਰ ਦੇ ਵਿੱਚ। ਹੋ ਸਕਦਾ ਗੋਲਡਨ ਟੈਂਪਲ ਦੇ ਵਿੱਚ ਨਾ ਹੋਇਆ ਹੈ, ਇੱਧਰ ਉੱਧਰ ਬਿਲਕੁਲ 1000 ਕਤਲੇਆਮ ਹੋਇਆ ਆਰਮੀ ਦੀ ਫੋਰਸ ਦੇ ਨਾਲ, ਪੈਰਾਮਿਲਟਰੀ ਫੋਰਸਿਸ ਦੇ ਨਾਲ, ਜੋ ਵੀ ਕੁਝ। ਅੱਛਾ ਜੀ, ਤੁਸੀਂ ਦੱਸ ਰਹੇ ਸੀਗੇ ਕਿ ਥੋੜੇ ਦਿਨਾਂ ਬਾਅਦ ਤੁਸੀਂ ਦਰਬਾਰ ਸਾਹਿਬ ਗਏ। ਹਾਂਜੀ, ਆਪਣੇ ਦੋਸਤਾਂ ਦੇ ਨਾਲ। ਤੁਸੀਂ ਉਦੋਂ ਕੀ ਦੇਖਿਆ ਦਰਬਾਰ ਸਾਹਿਬ? ਮੈਨੂੰ ਪੱਕੀ ਤਰ੍ਹਾਂ ਪਤਾ ਹੈ ਕਿ ਜਦੋਂ ਇਹ ਗਵਰਨਮੈਂਟ ਨੇ ਔਰ ਆਰਮੀ ਨੇ ਕੁਛ ਨਾ ਕੁਛ ਸੰਭਾਲ ਕਰ ਲਿਆ, ਉਹਦੀ ਸਫਾਈ ਕਰ ਲਈ, ਯਾਨੀ ਕਿ ਸਾਰੀਆਂ ਲਾਸ਼ਾਂ ਨੂੰ ਮੇਨਲੀ ਕੱਢ ਲਿਆ ਗਿਆ। ਔਰ ਦਰਬਾਰ ਸਾਹਿਬ ਨੂੰ ਮੇਰਾ ਖਿਆਲ ਆ ਵੀ ਇਹ 24 ਜਾਂ 25 ਜੂਨ ਨੂੰ ਪਬਲਿਕ ਵਾਸਤੇ ਜਾਂ ਰਿਸਟ੍ਰਿਕਟਡ ਐਂਟਰੀ ਵਾਸਤੇ ਖੋਲ੍ਹਿਆ ਗਿਆ। ਔਰ ਅਸੀਂ ਬੜੇ ਉਤਾਵਲੇ ਸੀ ਕਿ ਕਿਉਂਕਿ ਨਿਊਜ਼ ਮੀਡੀਆ ਨੂੰ ਬਿਲਕੁਲ ਬਲਾਕ ਸੀ। ਔਰ ਕਦੇ ਤੱਕ ਜੇ ਕੋਈ ਸਾਡਾ ਸੋਰਸ ਸੀ ਤਾਂ BBC ਸੋਰਸ ਸੀਗਾ। ਔਰ ਉਹਦੀਆਂ ਸਾਡੀਆਂ ਜੋ ਵੀ ਅਸੀਂ ਖਬਰਾਂ ਸੁਣੀਆਂ ਉਹ ਮੇਰੇ ਮਨ ਦੇ ਵਿੱਚ ਨੇ, ਦਿਮਾਗ ਦੇ ਵਿੱਚ ਨੇ, ਤੇ ਨਾ ਹੀ ਤਾਂ ਅਸੀਂ ਭੁੱਲਾਂਗੇ ਔਰ ਨਾ ਹੀ ਅਸੀਂ ਕਿਸੇ ਨੂੰ ਮਾਫ ਕਰਾਂਗੇ ਜਿਹਨੇ ਵੀ ਇਹ ਕੰਮ ਕੀਤਾ। ਅਸੀਂ ਜਦੋਂ ਉਸ ਪਰਿਕਰਮਾ ਦੇ ਵਿੱਚ ਵੇਖਿਆ, ਜਿਹੜੇ ਪਰਿਕਰਮਾ ਦੇ ਉੱਪਰ ਕਮਰੇ ਹੁੰਦੇ ਆ, ਉਹਨਾਂ ਦੇ ਵਿੱਚ ਜਦੋਂ ਵੇਖਿਆ ਤੇ ਮੈਨੂੰ ਇਹ ਵਿਵਿਡ ਮੈਮਰੀ ਹੈ ਕਿ 1-2 ਸੈੱਟ ਅਸੀਂ ਵਾਇਰਲੈਸ ਸੈੱਟ ਜਿਹੜੇ ਬਰਨ ਆਊਟ ਹੋਏ ਦੇਖੇ। ਔਰ ਕੁਛ ਨਵ ਵਿਆਹੀਆਂ ਬੀਬੀਆਂ ਦੇ ਜੋੜੇ ਜਿਹੜੇ ਕਿ ਲਾਲ ਰੰਗ ਦੇ ਜੋੜੇ, ਅਸੀਂ ਉਹ 1 ਜਾਂ 2 ਦੇਖੇ। ਇੱਦਾਂ ਦੀਆਂ ਕੁਛ ਵੀ ਪੁਲਿਸ, ਆਰਮੀ ਔਰ ਗਵਰਨਮੈਂਟ ਦੇ ਕਲੀਨ ਅਪ ਤੋਂ ਬਾਅਦ ਵੀ, ਯਾਨੀ ਕਿ 2-3 ਹਫ਼ਤੇ ਬਾਅਦ ਵੀ ਇਹ ਟ੍ਰੇਸਿਸ ਜਿਹੜੀਆਂ ਸੀ ਉਹ ਹੈਗੀਆਂ ਸੀਗੀਆਂ। ਔਰ ਮੇਰਾ ਪੱਕਾ ਵਿਸ਼ਵਾਸ ਹੈ ਕਿ ਆਰਮੀ ਨੇ ਬਹੁਤ ਹੀ 99% ਦੇ ਤੌਰ 'ਤੇ ਕਲੀਨ ਅਪ ਕਰ ਚੁੱਕੇ ਸੀ ਕਿ ਕੋਈ ਇਹੋ ਜਿਹਾ ਗੁਰਵਾਸ ਤੁਹਾਨੂੰ ਐਲੀਮੈਂਟ ਨਜ਼ਰ ਨਹੀਂ ਆ ਰਿਹਾ ਸੀ ਜਿਹਨਾਂ ਤੁਸੀਂ ਇੱਕ ਪ੍ਰੋਜੈਕਸ਼ਨ ਕਰੋ, ਇੱਕ ਐਕਸਟਰਾਪੋਲੇਸ਼ਨ ਕਰੋ ਵੀ ਇੱਥੇ ਕੀ ਹੋਇਆ। ਯਾਨੀ ਕਿ ਤੁਸੀਂ ਇਹ ਸਮਝਦੇ ਸੀ ਇੱਥੇ ਸ਼ਾਇਦ ਮਤਲਬ 10% ਐਪੀਸੋਡ ਹੋਇਆ, ਜਦੋਂ ਕਿ 100% ਤੁਹਾਨੂੰ ਪਤਾ ਜੋ ਕਾਰਨੇਜ ਹੋਈ ਆ। ਤੇ ਅਕਾਲ ਤਖਤ ਸਾਹਿਬ ਦਾ ਉਦੋਂ ਤੁਸੀਂ ਜੋ ਦੇਖਿਆ? ਬਿਲਕੁਲ, ਉਹਦੀ ਮੈਮਰੀ ਜਦੋਂ ਅਸੀਂ ਬਾਹਰ ਆਏ, ਅਸੀਂ ਪਰਿਕਰਮਾ ਕੀਤੀਆਂ ਤੇ ਸਾਡੇ ਮਨ 'ਚ ਇਹ ਸ਼ਾਂਤੀ ਹੋਈ ਕਿ ਜਿਹੜਾ ਦਰਬਾਰ ਸਾਹਿਬ ਆ, ਜਿਹੜਾ ਸੈਂਕਟਮ ਸਿੰਕਟੋਰਮ ਜਿਹੜਾ ਹੈ ਉਹ ਭਲੀ ਭਾਂਤ ਉਹ ਉੱਥੇ ਬਿਲਕੁਲ ਮੌਜੂਦ ਸੀ। ਸਾਨੂੰ ਤਸੱਲੀ ਹੋਈ ਕਿ ਚਲੋ ਇਹ ਤਾਂ ਬਚਿਆ। ਬਾਕੀ ਜਦੋਂ ਅਸੀਂ ਅਕਾਲ ਤਖਤ ਦੇ ਲਾਗੇ ਗਏ ਹਾਂ, ਉਹਦਾ ਬਿਲਕੁਲ ਯਾਨੀ ਕਿ ਉਹ ਇੱਕ ਪਾਸੇ ਵੱਲੋਂ ਖੜਾ ਸੀ, ਲੇਕਿਨ ਮੇਰਾ ਖਿਆਲ ਸਾਰੀ ਪਬਲਿਕ ਨੇ ਔਰ ਸਾਰੇ ਸਿੱਖਾਂ ਨੇ ਜੋ ਅਕਾਲ ਤਖਤ ਦੀਆਂ ਤਸਵੀਰਾਂ ਨੇ ਉਹ ਦੇਖੀਆਂ ਨੇ,
ਉਹ ਬਿਲਕੁਲ ਢਹਿ ਢੇਰੀ ਹੋ ਚੁੱਕਾ ਸੀ, ਜਿਹੜਾ ਕਿ ਪਾਸਾ ਖਾਸ ਕਰਕੇ ਦਰਬਾਰ ਸਾਹਿਬ ਨੂੰ ਫੇਸ ਕਰਦਾ ਆ। ਔਰ ਕਈਆਂ ਬਜ਼ੁਰਗਾਂ ਦੀ ਮੈਨੂੰ ਮੇਰਾ ਖਿਆਲ ਉਹ ਜ਼ਰੂਰ 80 ਜਾਂ 85 ਸਾਲ ਦੇ ਹੋਣਗੇ, ਉਹਨਾਂ ਦੀਆਂ ਮੈਨੂੰ ਤਾਹਾਂ ਅਜੇ ਵੀ ਯਾਦ ਨੇ। ਉਹਨਾਂ ਨੇ ਕਿਹਾ ਕਿ ਸਾਡੀ ਆਜ਼ਾਦੀ ਦੇ ਵਿੱਚ ਬਰਬਾਦੀ ਹੋਣੀ ਸੀ, ਸਾਨੂੰ ਇਹ ਨਹੀਂ ਸੀ ਪਤਾ। ਅਸੀਂ 47 ਵਿੱਚ ਦੇਖਿਆ, ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਆਪਣੇ ਗੁਰੂਆਂ ਦੀ ਜਿਹੜੀ ਆ ਉਹ ਗੁਰੂ ਸਥਾਨ ਆ ਉਹਦਾ ਇਹ ਹਾਲ ਦੇਖਾਂਗੇ। ਮੈਂ ਉਹਨਾਂ ਦੀ ਮੈਮਰੀ ਨੂੰ ਭੁਲਾ ਨਹੀਂ ਸਕਦਾ। ਠੀਕ ਹੈ, ਹੁਣ ਨਵੰਬਰ ਵੱਲ ਵਧਦੇ ਹੋਏ ਤੁਸੀਂ ਨਵੰਬਰ 1984 ਵਿੱਚ ਕਿੱਥੇ ਸੀਗੇ? ਜਦੋਂ ਮੈਂ ਇਹਨੂੰ ਟ੍ਰੇਸ ਬੈਕ ਕਰੂੰਗਾ, ਜਦੋਂ ਅਸੀਂ ਇਹ ਨਵੰਬਰ, ਜਦੋਂ ਕਿ ਅਕਤੂਬਰ 31 ਨੂੰ ਅਸੀਂ ਮੈਡੀਕਲ ਕਾਲਜ ਗੁਰੂ ਨਾਨਕ ਹਸਪਤਾਲ ਦੀ ਮੈਡੀਕਲ ਵਾਰਡ ਦੇ ਵਿੱਚ ਰਾਉਂਡ ਕਰ ਰਹੇ ਸੀ। ਔਰ ਅਸੀਂ ਰਾਉਂਡ ਕਰਕੇ ਮਤਲਬ ਪਿੱਛੇ ਸੀਗੇ, ਔਰ ਇੱਕ ਸਰਦਾਰ ਜੀ ਜਿਹੜੇ ਕਿ ਉਦੋਂ ਰਜਿਸਟਰਾਰ ਸੀ ਮੈਡੀਕਲ ਕਾਲਜ ਦੇ ਵਿੱਚ ਆਪਣੀ ਪੋਜੀਸ਼ਨ ਦੇ ਵਿੱਚ, ਉਹ ਦੌੜੇ ਆਏ ਤੇ ਮਤਲਬ ਡਾਕਟਰ ਟੀ ਸ਼ਰਮਨ ਕਹਿਣ ਲੱਗੇ, ਸਾਹਿਬ ਮੈਡਮ ਦਾ ਕਿਸੇ ਨੇ ਕਤਲ ਕਰ ਦਿੱਤਾ ਹੈਗਾ ਆ। ਔਰ we actually, it was, my feeling was mixed। ਤੇ ਵੀ ਮਤਲਬ ਜੋ ਕਰੇਗਾ ਸੋ ਭਰੇਗਾ, ਠੀਕ ਹੈ। ਔਰ ਦੂਜੇ ਪਾਸੇ ਜਦੋਂ ਸਾਨੂੰ ਉਸੇ ਰਾਤ ਨੂੰ ਇਹ ਪਤਾ ਲੱਗਾ ਕਿ ਅਗੇਨ BBC ਵਾਜ਼ ਆਵਰ ਸੋਰਸ ਕਿ ਇਹ ਸ਼ੁਰੂ ਹੋਣਾ ਹੋ ਗਿਆ, we were actually very perturbed। ਉਸ ਤੋਂ ਕੁਛ ਹੀ ਦਿਨਾਂ ਬਾਅਦ ਜਦੋਂ ਇਹ ਨਵੰਬਰ 84 ਦਾ ਐਪੀਸੋਡ ਹੋਇਆ ਆ, ਨਵੰਬਰ 1-2, ਉਹਦੇ ਵਿੱਚ ਅਸੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਗਏ ਆ, ਤੇ ਉਹਦੇ ਵਿੱਚ ਅਸੀਂ ਕਈਆਂ ਬੀਬੀਆਂ ਦੇ ਵਾਲ ਕੱਟੇ ਹੋਏ ਔਰ ਕਈ ਜਿਹੜੇ ਆ ਰਹੇ ਸੀ, ਉਹਨਾਂ ਦਾ ਬੁਰਾ ਹਾਲ ਦੇਖਿਆ। ਤੇ ਸਾਡੇ ਕੋਲ ਫਿਰ ਵੀ ਇਹ ਝੱਲਿਆ ਨਹੀਂ ਗਿਆ, ਕਿਉਂਕਿ ਅਸੀਂ ਕੁਛ ਹੀ ਦਿਨਾਂ ਵਿੱਚ ਅਸੀਂ ਦਿੱਲੀ ਗਏ। ਉਸ ਤੋਂ ਬਾਅਦ ਕੁਛ ਵੀਜ਼ਾ ਲੈਣ ਵਾਸਤੇ ਅਸੀਂ ਕੁਝ ਐਗਜ਼ਾਮ ਦੇਣਾ ਸੀਗਾ, ਤੇ ਸਾਨੂੰ ਇਹ ਬਹੁਤ ਦੁਖਦਾਈ ਲੱਗਾ। ਔਰ ਇੱਥੋਂ ਤੱਕ, ਕਿਉਂਕਿ ਦਿੱਲੀ ਦਾ ਤਾਂ ਅਸੀਂ ਵਿਟਨੈਸ ਨਹੀਂ ਕਰ ਸਕੇ, ਪਰ ਅਸੀਂ ਫੀਲ ਕੀਤਾ ਵੀ ਜੋ ਕੁਛ ਹੋਇਆ। ਵੇਖੋ, ਹੁਣ ਤੱਕ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਕੁਛ ਪੰਜਾਬ ਦਾ ਇਹ ਬਲੂ ਸਟਾਰ ਹੋਇਆ, ਇਹ ਪੋਲੀਟਿਕਸ ਸੀਗੀ। ਇਟ ਵਾਜ਼ ਅ ਪੋਲੀਟਿਕਸ ਆਫ ਕਾਂਗਰਸ ਪਾਰਟੀ। ਬੇਸਿਕਲੀ ਇਟ ਵਾਜ਼ ਅ ਪੋਲੀਟਿਕਸ ਆਫ ਜਿੱਦੀ ਪ੍ਰਾਈਮ ਮਿਨਿਸਟਰ ਮਿਸਿਸ ਇੰਦਰਾ ਗਾਂਧੀ। ਉਹਦਾ ਪਰਸਨਲ ਏਜੰਡਾ ਸੀਗਾ। ਔਰ ਦੂਜੇ ਪਾਸੇ ਅਕਾਲੀਆਂ ਨੂੰ ਬੇਸਿਕਲੀ ਵਾਂਟਡ ਟੂ ਪੁੱਟ ਡਾਊਨ ਅਕਾਲੀਜ਼ ਐਜ਼ ਫਾਰ ਐਜ਼ ਆਈ ਨੋ ਉਹਨਾਂ ਦੀ। ਤੇ ਉਹਨਾਂ ਨੇ ਮਤਲਬ ਸਰਦਾਰ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਸੱਚੇ ਸਿੱਖ ਸਨ। ਉਹ ਕੁਛ ਪੰਜਾਬ ਜਾਂ ਸਿੱਖ ਕੌਮ ਵਾਸਤੇ ਕੁਛ ਕਰਨਾ ਚਾਹੁੰਦੇ ਸਨ, ਲੇਕਿਨ ਜਿਹੜੇ ਅਕਾਲੀ ਆ ਉਹ ਫਿਰ ਵੀ ਉਹਨਾਂ ਦੇ ਇੱਕ ਪੇਜ ਦੇ ਉੱਤੇ ਨਹੀਂ ਸਨ। ਸੋ ਉਹ ਗਵਰਨਮੈਂਟ ਕੋ ਇਕੱਠੇ ਹੋ ਕੇ ਕੁਛ ਨਾ ਕੁਛ ਪੰਜਾਬ ਵਾਸਤੇ ਨਹੀਂ ਲੈ ਸਕੇ। ਇਹ ਮੇਰਾ ਖਿਆਲ ਉਹਨਾਂ ਦੀ ਪਰਸਨਲ, ਇਹ ਵੀ ਉਹਨਾਂ ਦੀ ਇੱਕ ਪਰਸਨਲ ਵੀਕਨੈਸ ਸੀਗੀ। ਇੱਕ ਪਰਸਨਲ, ਜਦੋਂ ਪੰਥਕ ਮੋਰਚਾ ਸ਼ੁਰੂ ਕੀਤਾ ਸੀ ਤਾਂ ਜ਼ਰੂਰ ਇਕੱਠੇ ਹੋਣਾ ਚਾਹੀਦਾ ਸੀ। ਔਰ ਐਜ ਏ ਸਿੱਖ ਸਕਾਲਰ, ਜੋ ਕੁਛ ਮੈਂ ਪੜ੍ਹਿਆ ਪਿਛਲੇ 30 ਸਾਲ ਦੇ ਵਿੱਚ, ਮੇਰਾ ਨਿਚੋੜਿਆ ਕਿ ਸਾਡੀ ਕਮਿਊਨਿਟੀ ਅਜੇ ਵੀ ਇਕੱਠੀ ਨਹੀਂ ਹੁੰਦੀ। ਔਰ ਇਹੀ ਜਿਹੜਾ ਆ ਉਹ ਦੁਖਾਂਤ ਉਦੋਂ ਸੀ ਕਿ ਸਿੱਖ ਇਕੱਠੇ ਨਹੀਂ ਸੀ। ਤੇ ਇਹਦਾ ਫਾਇਦਾ ਜੋ ਹੈ ਉਹ ਕਾਂਗਰਸ ਪਾਰਟੀ ਨੇ ਉਠਾਇਆ। ਔਰ ਬੇਸਿਕਲੀ ਸਕਾਲਰਲੀ ਐਨਾਲਾਈਜ਼ ਕਰਕੇ, ਔਰ ਜੋ ਦੂਜਾ ਧਿਰ ਸੀਗਾ ਜਿਹੜਾ ਕਿ ਹੁਣ ਇਸ ਵੇਲੇ ਗਵਰਨਮੈਂਟ ਨੂੰ ਰਨ ਕਰ ਰਿਹਾ ਆ, ਇਸ ਧਿਰ ਨੇ ਇਸ ਜੋ ਫਲੇਮ ਦੇ ਵਿੱਚ ਚਿੰਗਿਆੜੀ ਪਾਈ ਔਰ ਤੇਲ ਪਾਇਆ, ਔਰ ਇਸ ਦਾ ਪੂਰਾ ਜੋ ਹੈ ਸਿੱਖਾਂ ਨੂੰ ਡੈਮੇਜ ਕਰਨ ਦਾ ਇਹਨਾਂ ਦੇ ਵਿੱਚ ਮੇਰੇ ਦਿਮਾਗ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਸਿੱਖਾਂ ਨੂੰ ਡੈਮੇਜ ਕੀਤਾ। ਜਾਣੀ ਕਿ ਤੁਸੀਂ ਕਹਿ ਲਓ ਹਾਰਡਕੋਰ ਜੋ ਵੀ ਇਹ RSS ਆ ਜਾਂ ਆਰੀਆ ਸਮਾਜ ਆ, ਇਹਨਾਂ ਨੇ ਸਿੱਖਾਂ ਨੂੰ ਡੈਮੇਜ ਕਰਨ ਦੇ ਵਿੱਚ ਆਪਣਾ ਜ਼ਰੂਰ ਯੋਗਦਾਨ ਪਾਇਆ। ਇਹ ਮੈਂ ਜ਼ਰੂਰ ਗੱਲ ਕਹਾਂਗਾ। ਹਾਂਜੀ, ਇਸ ਕਤਲੇਆਮ ਤੋਂ ਬਾਅਦ ਤੁਸੀਂ ਆਪਣਾ ਸ਼ਹਿਰ ਜਾਂ ਘਰ ਛੱਡਿਆ, ਤੁਸੀਂ ਰੀਲੋਕੇਟ ਹੋਣ ਦਾ? ਹਾਂਜੀ, ਮੈਂ ਇਹ ਐਪੀਸੋਡ ਤੋਂ ਬਾਅਦ ਮੇਰੇ ਖਿਆਲ 2-3 ਹਫ਼ਤੇ ਬਾਅਦ ਮੈਂ ਆਪਣੇ ਪਿੰਡ ਗਿਆ, ਜਿਹੜਾ ਕਿ ਬਟਾਲੇ ਦੇ ਲਾਗੇ ਆ, ਪਿੰਡ ਸੰਧਮਾ। ਔਰ ਇੱਥੇ ਜਾ ਕੇ ਮੈਂ ਫਸਟ ਹੈਂਡ ਇਨਫੋਰਮੇਸ਼ਨ ਸ਼ੇਅਰ ਕੀਤੀ ਵੀ ਮੈਂ ਆਹ ਕੁਛ ਦੇਖਿਆ। ਔਰ ਸਾਡੇ ਪਿੰਡ ਦੇ ਵਿੱਚ ਮੈਨੂੰ ਦੇਖਣ ਵਾਸਤੇ ਸਾਰੇ ਜਣੇ ਆ ਗਏ। ਔਰ ਸਾਰੇ ਪਿੰਡਾਂ ਦੇ ਵਿੱਚ ਲੋਕੀ ਬੜੇ ਹੀ ਹੱਕੇ ਬੱਕੇ ਔਰ ਇਨਫੋਰਮੇਸ਼ਨ ਲੈਸ ਸੀ ਕਿ ਕੀ ਹੋਇਆ, ਦਰਬਾਰ ਸਾਹਿਬ ਕੀ ਮਤਲਬ ਉੱਦਾਂ ਹੀ ਹੈਗਾ ਆ। ਤੇ ਮੈਂ ਕਹਿਤਾ ਵੀ ਹਾਂ ਦਰਬਾਰ ਸਾਹਿਬ ਹੈਗਾ, ਲੇਕਿਨ ਅਕਾਲ ਤਖਤ ਜਿਹੜਾ ਆ ਉਹ ਅੱਧੇ ਨਾਲੋਂ ਜ਼ਿਆਦਾ ਢੱਟ ਚੁੱਕਾ, ਜਾਂ ਉਹਦਾ ਬਹੁਤ ਹੀ ਬੁਰਾ ਹਾਲ ਹੋ ਚੁੱਕਾ ਆ। ਔਰ ਖਾਸ ਕਰਕੇ ਮੈਨੂੰ ਅਜੇ ਵੀ ਯਾਦ ਆ ਕਿ ਜਦੋਂ ਮੈਂ ਕਿਹਾ ਕਿ ਭਿੰਡਰਾਂਵਾਲੇ ਦੀ ਲਾਸ਼ ਮੈਂ ਦੇਖੀ ਆ
ਥਾਰਾ ਸਿੰਘ ਦੀ ਲਾਸ਼ ਦੇਖੀ ਆ, ਭਾਈ ਅਮਰੀਕ ਸਿੰਘ ਦੀ ਲਾਸ਼ ਤੇ ਕੋਈ ਪਿੰਡ 'ਚ ਮੰਨਣ ਨੂੰ ਤਿਆਰ ਨਹੀਂ ਸੀਗਾ। ਔਰ ਮੈਨੂੰ ਕਹਿ ਰਹੇ ਸੀ ਕਿ ਨਹੀਂ ਤੁਹਾਨੂੰ ਜ਼ਰੂਰ ਗਲਤੀ ਲੱਗੀ ਹੋਈ ਆ, ਪਰ ਮੈਂ ਕਹਿ ਰਿਹਾ ਕਿ ਨਹੀਂ, ਮੈਂ ਬਿਲਕੁਲ ਭਿੰਡਰਾਂਵਾਲੇ ਦੀ ਲਾਸ਼ ਨੂੰ ਪਛਾਣਦਾ ਨਹੀਂ ਗਾ। ਲੋਕਾਂ ਦੇ ਇਹ ਇਮੋਸ਼ਨ ਸੀ ਕਿ ਭਿੰਡਰਾਂਵਾਲੇ ਸ਼ਾਇਦ ਇਸ ਸਥਾਨ ਨੂੰ ਛੱਡ ਕੇ ਕਿਤੇ ਹੋਰ ਸੇਫ ਜਗ੍ਹਾ ਪਹੁੰਚ ਚੁੱਕੇ ਨੇ, ਤੇ ਇਹ ਮੇਰੀਆਂ ਫੀਲਿੰਗਸ ਸੀ ਪਿੰਡ ਵਾਲੇ ਦੇ ਨਾਲ। ਅੱਛਾ ਜੀ। ਤੇ 1984 ਤੋਂ ਬਾਅਦ ਤੁਸੀਂ ਇਹਨਾਂ ਦੋਨਾਂ ਮਤਲਬ ਕਿ ਜੂਨ 1984 ਤੇ ਨਵੰਬਰ ਬਾਰੇ ਜੋ ਵੀ ਤੁਸੀਂ ਸੁਣਿਆ ਜਾਂ ਦੇਖਿਆ ਹੈ ਨਾ, ਉਹਦੇ ਬਾਰੇ ਕਦੀ ਕਿਸੇ ਨਾਲ ਗੱਲ ਕੀਤੀ ਹੈ? ਸ਼ੇਅਰ ਕਰ ਦਿਓ ਆਪਣੀਆਂ ਫੀਲਿੰਗਸ। ਹਾਂ ਬਿਲਕੁਲ। ਮੈਂ ਇੱਥੇ ਜਦੋਂ ਆਇਆ, ਜਦੋਂ ਮੈਂ ਖਾਸ ਕਰਕੇ ਮੇਰੇ ਲਾਰਜਲੀ ਮੇਰੇ ਇੱਥੇ ਆਉਣ ਦਾ ਰੀਜ਼ਨ ਵੀ ਇਹੀ ਸੀ ਕਿ ਮੈਂ ਉੱਥੇ ਨਹੀਂ ਰਹਿਣਾ ਚਾਹੁੰਦਾ ਸੀ। ਯਾਨੀ ਕਿ ਸਾਡੇ ਜਿੰਨੇ ਵੀ ਸਿੱਖ ਸਟੂਡੈਂਟ ਸੀਗੇ ਉਹਨਾਂ ਦੀਆਂ ਫੀਲਿੰਗਸ ਹਰਟ ਆਈਆਂ, ਔਰ ਉਹਨਾਂ ਨੇ ਵਿਦਨ ਕਪਲ ਈਅਰਸ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਉਹ ਬਾਹਰ ਜਾਣਾ ਚਾਹੁੰਦੇ ਨੇ, ਕਿਉਂਕਿ ਸਾਡੇ ਨਾਲ ਇਹ ਮਿਸਟ੍ਰੀਟਮੈਂਟ ਹੋਇਆ। ਪਹਿਲਾਂ ਤਾਂ ਸਾਡੀਆਂ ਭਾਵਨਾ ਸੀ, ਔਰ ਅਸੀਂ ਇਹ ਵੀ ਅਨੁਮਾਨ ਲਗਾਉਂਦੇ ਸਾਂ ਕਿ ਇੱਥੇ ਤਕਰੀਬਨ ਕਈ ਸਾਲ ਜਿਹੜਾ ਉਹ ਚੈਨ ਜਾਂ ਪੀਸ ਨਹੀਂ ਆਉਣ ਵਾਲੀ। ਜੋ ਕੁਝ ਸਾਡੀ ਹਿਸਟਰੀ ਆ ਉਹ ਸਾਡੇ ਨਾਲ ਆ। ਤੇ ਪਹਿਲਾਂ ਤਾਂ ਇਫੈਕਟ ਹੋਇਆ ਕਿ ਮੈਂ ਉੱਥੋਂ ਛੱਡਦਾ, ਮੈਂ ਅਮਰੀਕਾ ਆ ਗਿਆ। ਅਸੀਂ ਜਿੰਨੇ ਵੀ ਅਮਰੀਕਾ ਆਏ ਅਸੀਂ ਇੱਕ ਦੂਜੇ ਨਾਲ ਫੀਲਿੰਗ ਸ਼ੇਅਰ ਕਰਦੇ ਹਾਂ, ਔਰ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਦੇਣ ਦਾ ਮੌਕਾ ਮਿਲੇ ਅਸੀਂ ਜ਼ਰੂਰ ਦਿੰਦੇ ਹਾਂ। ਇੱਥੇ ਮੈਂ ਗੁਰਦੁਆਰੇ ਕਈ ਵਾਰੀ ਇਨਫੋਰਮੇਸ਼ਨ ਬਲੂ ਸਟਾਰ ਦੇ ਉੱਤੇ ਇੱਕ ਦੋ ਵਾਰੀ ਬੋਲਿਆ ਵੀ ਹਾਂ, ਔਰ ਕਈਆਂ ਦੇ ਮੇਰੀ ਐਡੀ ਰਿਕਾਰਡਡ ਇੰਟਰਵਿਊ ਪਹਿਲੀ ਵਾਰ ਹੋ ਰਹੀ ਆ ਕਿ ਇੱਕ ਡਾਕੂਮੈਂਟਰੀ ਬਣੇ। ਔਰ ਇਹ ਮੇਰਾ ਦਿੱਲੀ ਇਹ ਖਾਸ ਸੀ ਕਿ ਇਸ ਜਿਹੜੀ ਮੇਰੀ ਮੈਮਰੀ ਆ ਇਸ ਨੂੰ ਇੱਕ ਬੁੱਕਲੈਟ ਦੇ ਵਿੱਚ ਰਿਕਾਰਡ ਕੀਤਾ ਜਾਵੇ, ਜੋ ਮੈਂ ਦੇਖਿਆ ਆ ਅਤੇ ਜੋ ਤੁਸੀਂ ਇਹ 'ਚੋਂ ਇਨਫਰੈਂਸ ਕੱਢ ਸਕਦੇ ਆ ਉਹ ਜ਼ਰੂਰ ਰਿਕਾਰਡ ਕੀਤੀ ਜਾਵੇ। ਆਈ ਐਮ ਹੈਪੀ ਅਬਾਊਟ ਦੈਟ।